ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਆਪ ਬੜੇ ਵਡਭਾਗਾਂ ਵਾਲੇ ਹੋ, ਬਹੁਤ ਉੱਤਮ ਕਰਮਾਂ ਵਾਲੇ ਹੋ, ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਗੋਦ ਦੇ ਵਿੱਚ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਸੋ ਆ ਜੋ ਦਿਨ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬਾਜਾਂ ਵਾਲੇ, ਕਲਗੀਆਂ ਵਾਲੇ, ਉਹਨਾਂ ਦਾ ਜੋ ਅਵਤਾਰ ਦਿਹਾੜਾ ਚੱਲ ਰਿਹਾ ਹੈ, ਸੋ ਇਹਨਾਂ ਦਿਨਾਂ ਦੇ ਵਿੱਚ ਹਰ ਇੱਕ ਨਗਰ ਦੇ ਵਿੱਚ, ਹਰ ਇੱਕ ਸ਼ਹਿਰ ਦੇ ਵਿੱਚ ਕਲਗੀਆਂ ਵਾਲਿਆਂ ਦਾ ਨਾਮ ਜਪਿਆ ਜਾ ਰਿਹਾ ਹੈ। ਸੋ ਪਟਨੇ ਸ਼ਹਿਰ ਦੇ ਵਿੱਚ ਕਲਗੀਆਂ ਵਾਲੇ ਦਾ ਅਵਤਾਰ ਹੋਇਆ ਹੈ, ਜੋ ਸਿੱਖਾਂ ਦੇ ਵਿੱਚ 10ਵੇਂ ਪਾਤਸ਼ਾਹ ਹੋਏ ਹੈ। ਤੇ ਇਹ ਗੁਰੂ ਗੋਬਿੰਦ ਸਿੰਘ ਜੀ ਤੋਂ ਪਹਿਲਾਂ 9 ਗੁਰੂ ਹੋਏ ਹਨ, ਤੇ 9 ਗੁਰੂਆਂ ਦਾ ਅਵਤਾਰ ਪੰਜਾਬ ਦੇ ਵਿੱਚ ਹੋਇਆ ਹੈ। ਕਿਉਂਕਿ ਜੋ ਲਹਿੰਦਾ ਪੰਜਾਬ ਹੈ, ਅੱਜ ਅਸੀਂ ਪਾਕਿਸਤਾਨ ਆਖਦੇ ਹਾਂ, ਉਹ ਪੰਜਾਬ ਦਾ ਹਿੱਸਾ ਸੀ। ਤੇ 9 ਪਾਤਸ਼ਾਹੀਆਂ ਦਾ ਅਵਤਾਰ ਪੰਜਾਬ ਦੀ ਧਰਤੀ ਤੇ ਹੋਇਆ ਹੈ। ਤੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਇਹਨਾਂ ਦਾ ਅਵਤਾਰ ਪਟਨੇ ਦੇ ਵਿੱਚ ਕਿਉਂ ਹੋਇਆ, ਕੀ ਕਾਰਨ ਸੀ, ਜੋ ਅੱਜ ਵੀ ਅਜੇ ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਅਸੀਂ ਗੁਰੂ ਨਾਨਕ ਦੇਵ ਜੀ ਨੂੰ ਮੰਨਦੇ ਹਾਂ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਹੀ ਮੰਨਦੇ, ਅਸੀਂ ਤਾਂ ਅੰਮ੍ਰਿਤ ਨਹੀਂ ਛਕਦੇ। ਤੇ ਅੱਜ ਅਸੀਂ ਦੱਸਦੇ ਹਾਂ ਕਿ ਗੁਰੂ ਨਾਨਕ ਦੇਵ ਜੀ ਦੀ ਉਹੀ ਜੋਤ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹੋਏ ਹਨ। ਸੋ ਪਟਨਾ ਸ਼ਹਿਰ ਦੇ ਵਿੱਚ ਅਵਤਾਰ ਹੋਇਆ। ਕੁਝ ਸਮਾਂ ਆਪਾਂ ਪਿੱਛੇ ਚਲੇ ਜਾਈਏ ਤੇ ਪਟਨਾ ਸ਼ਹਿਰ ਕਿਸ ਨੇ ਵਸਾਇਆ ਸੀ ਤੇ ਕਿਸ ਗੁਰੂ ਸਾਹਿਬਾਨ ਦੇ ਉੱਥੇ ਚਰਨ ਪਏ ਸਨ। ਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਤੇ ਰਾਏ ਦਸ਼ਰਥ ਨੇ ਇਹ ਸ਼ਹਿਰ ਵਸਾਇਆ ਸੀ। ਪਹਿਲਾਂ ਪਾਟਲੀਪੁੱਤਰ ਵੀ ਕਿਹਾ ਗਿਆ, ਪਾਟਨ ਵੀ ਕਿਹਾ ਗਿਆ, ਉਸ ਤੋਂ ਬਾਅਦ ਫਿਰ ਪਟਨਾ ਸ਼ਹਿਰ ਤਾਂ ਕਿਹਾ ਗਿਆ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਉੱਥੇ ਆਪਣਾ ਅਵਤਾਰ ਧਾਰਨ ਕੀਤਾ। ਹੁਣ ਇਹ ਪਟਨਾ ਸ਼ਹਿਰ ਦੇ ਵਿੱਚ ਜਰਾਸੰਧ ਹੋਇਆ ਸੀ। ਜੋ ਜਰਾਸੰਧ ਬੜਾ ਯੋਧਾ ਹੋਇਆ, ਜੋ ਦਸ਼ਰਥ ਦਾ ਪੁੱਤਰ ਸੀ। ਕਹਿੰਦੇ ਵੀ ਦਸ਼ਰਥ ਦੇ ਘਰ ਕੋਈ ਔਲਾਦ ਨਹੀਂ ਸੀ, ਤੋ ਇੱਕ ਲਿਖੀ ਦੇ ਕੋਲ ਗਏ ਹੈ, ਬੜੇ ਜਦ ਸਤ ਵਾਲਾ, ਬ੍ਰਹਮ ਦਾ ਗਿਆਨ ਹੈ, ਬੜਾ ਪਹੁੰਚਿਆ ਹੈ। ਉਹ ਰੱਬੀ ਰੂਹ ਦੇ ਕੋਲ ਗਏ ਹੈ ਤੇ ਉਹਨਾਂ ਨੇ ਉਸ ਫਕੀਰ ਦੇ ਕੋਲ, ਉਸ ਲਿਖੀ ਦੇ ਕੋਲ ਫਰਿਆਦ ਰੱਖੀ ਹੈ ਕਿ ਸਾਡੇ ਘਰ ਕੋਈ ਪੁੱਤਰ ਨਹੀਂ, ਕੋਈ ਅੰਸ਼ ਵੰਸ਼ ਨਹੀਂ ਹੈ,
ਤੇ ਤੁਸੀਂ ਕਿਰਪਾ ਕਰੋ। ਤੇ ਉਸ ਸਮੇਂ ਦੇ ਵਿੱਚ ਉਹ ਰਾਜਾ ਲਿਖੀ ਦੇ ਕੋਲ ਇੱਕ ਅੰਬ ਲੈ ਕੇ ਗਿਆ। ਜੋ ਫਲ ਲੈ ਕੇ ਗਿਆ ਤੇ ਲਿਖੀ ਨੇ ਉਸ ਰਾਜੇ ਦੀ ਝੋਲੀ ਵਿੱਚ ਪਾ ਦਿੱਤਾ ਤੇ ਉਸ ਰਾਜੇ ਨੂੰ ਕਿਹਾ ਕਿ ਇਹ ਆਪਣੇ ਘਰ ਵਾਲੀਆਂ ਨੂੰ ਖਵਾ ਦੇਣਾ। ਹੁਣ ਲਿਖੀ ਨੂੰ ਪਤਾ ਨਹੀਂ ਸੀ ਕਿ ਰਾਜੇ ਦੇ ਘਰ ਵਾਲੀਆਂ ਕਿੰਨੀਆਂ ਹਨ ਜਾਂ ਇੱਕ ਹਨ। ਸਹਿਜ ਸੁਭਾਅ ਲਿਖੀ ਬੋਲਿਆ ਕਿ ਆਪਣੇ ਘਰ ਵਾਲੀ ਨੂੰ ਇਹ ਫਲ ਦੇ ਦੇਣਾ, ਤੂੰ ਆਪ ਨਹੀਂ ਖਾਣਾ। ਜਦੋਂ ਉਹ ਰਾਜਾ ਘਰ ਵਾਪਸ ਆਇਆ ਤੇ ਚਿੰਤਾ ਦੇ ਵਿੱਚ ਮਨ ਹੋ ਗਿਆ, ਦੁਵਿਧਾ ਦੇ ਵਿੱਚ ਪੈ ਗਿਆ ਕਿ ਰਾਣੀਆਂ ਦੋ ਹਨ ਤੇ ਕਿਸ ਰਾਣੀ ਨੂੰ ਮੈਂ ਦੇਵਾਂ। ਤੇ ਜੇ ਇੱਕ ਨੂੰ ਇਹ ਫਲ ਦੇ ਦਿੱਤਾ ਤਾਂ ਦੂਸਰੀ ਗੁੱਸੇ ਹੋ ਜਾਵੇਗੀ। ਤਾਂ ਉਸਨੇ ਉਸ ਫਲ ਨੂੰ 2 ਹਿੱਸਿਆਂ ਦੇ ਵਿੱਚ ਵੰਡ ਦਿੱਤਾ। ਦੋਨਾਂ ਰਾਣੀਆਂ ਨੂੰ ਉਹ ਫਲ ਖਵਾ ਦਿੱਤਾ। ਹੁਣ ਕੁਝ ਸਮਾਂ ਬੀਤਿਆ ਤੇ ਉਸ ਰਾਜੇ ਦੇ ਘਰ ਸੰਤਾਨ ਹੋਈ ਹੈ। ਜਿਸ ਸਮੇਂ ਸੰਤਾਨ ਹੋਈ ਹੈ ਤੇ ਉੱਥੇ ਗੋਲੀਆਂ ਨੇ ਰਾਜੇ ਨੂੰ ਦੱਸਿਆ ਕਿ ਰਾਜਾ ਜੀ, ਆਪ ਦੇ ਘਰ ਸੰਤਾਨ ਹੋਈ ਹੈ ਪਰ ਬੱਚੇ ਦੋਨੇ ਅੱਧੇ ਅੱਧੇ ਹੋਏ ਹਨ। ਸੰਪੂਰਨ ਜਨਮ ਨਹੀਂ ਹੋਇਆ, ਸਰੀਰ ਪੂਰਾ ਨਹੀਂ ਹੋਇਆ। ਤੇ ਇਹ ਗੱਲ ਸੁਣ ਕੇ ਰਾਜਾ ਬੜਾ ਹੈਰਾਨ ਹੋਇਆ ਤੇ ਨਾਲ ਦੀ ਨਾਲ ਉਹਨਾਂ ਦੀ ਸੋਚ ਉਸ ਲਿਖੀ ਦੇ ਵੱਲ ਪਹੁੰਚੀ ਕਿ ਜੋ ਲਿਖੀ ਨੇ ਬਚਨ ਕੀਤੇ ਸਨ ਤੇ ਅਸੀਂ ਬਹੁਤ ਵੱਡੀ ਗਲਤੀ ਕਰ ਬੈਠੇ ਹਾਂ। ਤੇ ਹੁਣ ਜਦੋਂ ਉਹਨਾਂ ਨੇ ਉਸ ਸਰੀਰ ਨੂੰ ਦੇਖਿਆ ਕਿ ਪੂਰਾ ਨਹੀਂ ਹੈ ਤੇ ਰਾਜੇ ਨੇ ਹੁਕਮ ਕਰ ਦਿੱਤਾ ਕਿ ਇਸ ਨੂੰ ਸ਼ਮਸ਼ਾਨ ਘਾਟ ਦੇ ਵਿੱਚ ਰੱਖ ਆਓ। ਤੇ ਉਸ ਸਮੇਂ ਦੇ ਵਿੱਚ ਉਹਨਾਂ ਦੋਨਾਂ ਸਰੀਰਾਂ ਨੂੰ ਸ਼ਮਸ਼ਾਨ ਘਾਟ ਦੇ ਵਿੱਚ ਰੱਖ ਦਿੱਤਾ ਗਿਆ। ਤੇ ਉੱਥੇ ਇੱਕ ਰਾਖਸ਼ਣੀ ਰਹਿੰਦੀ ਸੀ। ਹੁਣ ਜੋ ਜਰਾਸੰਧ ਨਾਂ ਕਿਉਂ ਪਿਆ? ਕਿਉਂਕਿ ਜਰਾ ਸੀ ਨਾਮ ਉਸ ਰਾਖਸ਼ਣੀ ਦਾ ਤੇ ਸੰਧ ਦਾ ਮਤਲਬ ਹੁੰਦਾ ਸੰਧੀ ਕਰਾਉਣਾ, ਸਮਝੌਤਾ ਕਰਨਾ, ਜੋੜਨਾ। ਹੁਣ ਜੋ ਜਰਾ ਰਾਖਸ਼ਣੀ ਸੀ ਉਹ ਮੁਰਦੇ ਖਾਇਆ ਕਰਦੀ ਸੀ। ਜੋ ਵੀ ਜਾਂ ਉਹਨੂੰ ਬੱਚਾ ਮਿਲ ਜਾਂਦਾ, ਕੋਈ ਇਕੱਲਾ ਇਨਸਾਨ ਮਿਲ ਜਾਂਦਾ, ਉਸਨੂੰ ਖਾ ਜਾਇਆ ਕਰਦੀ ਸੀ। ਹੁਣ ਜਿਸ ਸਮੇਂ ਉਸਨੇ ਦੇਖਿਆ ਕਿ 2 ਹਿੱਸੇ ਬੱਚੇ ਦੇ ਹਨ ਪਰ ਇਹ ਸਾਬਤ ਸਰੀਰ ਨਹੀਂ ਹੈ ਤੇ ਉਹਨਾਂ 2 ਹਿੱਸਿਆਂ ਨੂੰ ਉਸ ਰਾਖਸ਼ਣੀ ਨੇ ਚੁੱਕਿਆ। ਜਦੋਂ ਦੋਨਾਂ ਹੱਥਾਂ ਦੇ ਵਿੱਚ ਇੱਕ ਇੱਕ ਹਿੱਸਾ ਚੁੱਕਿਆ ਤੇ ਉਹ ਐਸੀ ਕਿਰਪਾ ਹੋਈ ਹੈ ਕਿ ਦੋਨੋਂ ਸਰੀਰ ਇਕੱਠੇ ਹੋ ਗਏ ਹਨ। ਜਿਸ ਸਮੇਂ ਦੋਨੋਂ ਸਰੀਰ ਇਕੱਠੇ ਹੋਏ ਆ ਤੇ ਬੜੀ ਗਰਜਵੀਂ ਆਵਾਜ਼ ਆਈ ਹੈ ਤੇ ਇੰਨੀ ਭਿਆਨਕ ਉਹ ਆਵਾਜ਼ ਆਈ ਹੈ ਕਿ ਸਾਰੇ ਸ਼ਹਿਰ ਦੇ ਵਿੱਚ ਉਸਦਾ ਸ਼ੋਰ ਹੋਇਆ ਤੇ ਉਹ ਜਰਾ ਰਾਖਸ਼ਣੀ ਉਸ ਆਵਾਜ਼ ਤੋਂ ਡਰ ਗਈ। ਤੇ ਉਧਰ ਰਾਜੇ ਨੇ ਹੁਕਮ ਕੀਤਾ ਕਿ ਜਾਓ ਪਤਾ ਕਰੋ ਕਿ ਇਹ ਭਿਆਨਕ ਆਵਾਜ਼ ਕਿਸ ਚੀਜ਼ ਦੀ ਹੈ।
ਤੇ ਉਸ ਸਮੇਂ ਜਦੋਂ ਉਹਨਾਂ ਦੇ ਰਾਜੇ ਨੇ ਭੇਜੇ ਹੋਏ ਬੰਦਿਆਂ ਨੂੰ ਆਖਿਆ ਸੀ ਕਿ ਪਤਾ ਕਰੋ, ਤੇ ਸ਼ਮਸ਼ਾਨ ਘਾਟ ਦੇ ਵਿੱਚ ਪਹੁੰਚੇ ਹੈ ਤੇ ਉੱਥੇ ਰਾਕਸ਼ੀ ਨੂੰ ਫੜ ਕੇ ਰਾਜੇ ਦੇ ਦਰਬਾਰ ਦੇ ਵਿੱਚ ਲਿਆਂਦਾ ਗਿਆ ਤੇ ਕਹਿਣ ਲੱਗੇ ਕਿ ਰਾਜਾ ਸਾਹਿਬ, ਇਹ ਰਾਕਸ਼ਨੀ ਬੱਚਿਆਂ ਨੂੰ ਖਾਂਦੀ ਹੈ, ਇਸ ਕਰਕੇ ਇੱਥੋਂ ਆਵਾਜ਼ ਆਈ ਸੀ। ਹੁਣ ਜਿਸ ਸਮੇਂ ਰਾਜੇ ਨੇ ਉਸ ਰਾਕਸ਼ਨੀ ਨੂੰ, ਜਰਾ ਰਾਕਸ਼ਨੀ ਨੂੰ ਪੁੱਛਿਆ ਤੇ ਸਾਰੀ ਹਕੀਕਤ ਉਸ ਜਰਾ ਰਾਕਸ਼ਨੀ ਨੇ ਦੱਸੀ ਹੈ ਕਿ ਰਾਜਾ ਸਾਹਿਬ, ਮੈਂ ਕੁਛ ਨਹੀਂ ਕੀਤਾ, ਮੈਂ ਨਿਰਦੋਸ਼ ਹਾਂ। ਜੋ ਇਹ ਬੱਚਾ ਇਹ ਦੋ ਹਿੱਸਿਆਂ ਦੇ ਵਿੱਚ ਪਿਆ ਸੀ, ਤੇ ਜਦੋਂ ਮੈਂ ਇਸ ਨੂੰ ਚੁੱਕਿਆ, ਮੈਂ ਖਾਨੀ ਹਾਂ ਬੱਚੇ, ਇਹ ਜ਼ਰੂਰ ਹੈ, ਪਰ ਆ ਪਹਿਲਾ ਕੌਤਕ ਦੇਖਿਆ ਮੈਂ, ਜੋ ਮੈਂ ਆਪ ਇਸ ਤੋਂ ਡਰ ਗਈ ਸੀ ਕਿ ਜਦੋਂ ਇਹ ਸਰੀਰ ਦੋਨੋਂ ਅਲੱਗ-ਅਲੱਗ ਸਨ ਤਾਂ ਇੱਕਦਮ ਇਕੱਠੇ ਹੋ ਗਏ ਹਨ ਤੇ ਇਸ ਨੇ ਭਿਆਨਕ ਆਵਾਜ਼ ਦਿੱਤੀ ਹੈ। ਇਹ ਗੱਲ ਸੁਣ ਕੇ ਰਾਜਾ ਬੜਾ ਹੈਰਾਨ ਹੋਇਆ ਤੇ ਉਸ ਰਾਜੇ ਨੇ ਉਸ ਬੱਚੇ ਨੂੰ ਫਿਰ ਆਪਣੇ ਕੋਲ ਰੱਖਿਆ ਤੇ ਉਸ ਦਾ ਨਾਮ ਜਰਾਸੰਧ ਰੱਖਿਆ। ਰਾਕਸ਼ਨੀ ਨੂੰ ਚੁੱਕ ਕੇ ਦਰਬਾਰ ਦੇ ਵਿੱਚ ਲਿਆਂਦਾ ਤੇ ਉਸ ਰਾਜੇ ਨੇ ਆਪਣਾ ਪੁੱਤਰ ਬਣਾ ਲਿਆ। ਤੇ ਜੋ ਜਰਾਸੰਧ ਬੜਾ ਯੋਧਾ ਹੋਇਆ ਤੇ ਇਤਿਹਾਸ ਦੇ ਵਿੱਚ ਦੱਸਿਆ ਕਿ ਕ੍ਰਿਸ਼ਨ ਜੀ ਦੇ ਨਾਲ 18 ਵਾਰੀ ਇਸ ਜਰਾਸੰਧ ਦਾ ਜੰਗ ਹੋਇਆ ਤੇ ਉਸ ਜੰਗ ਦੇ ਵਿੱਚ 18 ਵਾਰੀ ਕ੍ਰਿਸ਼ਨ ਨੂੰ ਹਾਰ ਦੇਖਣੀ ਪਈ ਹੈ ਤੇ ਇਸ ਕਰਕੇ ਉਸ ਨੇ ਮਥੁਰਾ ਨੂੰ ਛੱਡਿਆ ਸੀ। ਇੰਨਾ ਬਲਵਾਨ, ਐਡਾ ਉਹ ਯੋਧਾ ਹੋਇਆ। ਹੁਣ ਇੱਧਰ ਪਟਨੇ ਦੇ ਵਿੱਚ ਜਿਸ ਸਮੇਂ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਆਏ ਹਨ, ਗੁਰੂ ਨਾਨਕ ਦੇਵ ਜੀ ਨੇ ਇਸ ਧਰਤੀ ਤੇ ਚਰਨ ਪਾਏ ਹਨ ਤੇ ਪਟਨੇ ਤੋਂ ਬਾਹਰਲੇ ਪਾਸੇ ਇੱਕ ਸਥਾਨ ਤੇ ਬੈਠ ਗਏ ਹਨ ਤੇ ਉਸ ਸਮੇਂ ਭਾਈ ਮਰਦਾਨਾ ਜੀ ਬੋਲੇ ਹੈ ਕਿ ਗੁਰੂ ਜੀ, ਬੜੀ ਭੁੱਖ ਲੱਗੀ ਹੈ, ਕੁਛ ਖਾਣ ਪੀਣ ਨੂੰ ਸ਼ਹਿਰ ਦੇ ਵਿੱਚੋਂ ਲੈ ਕੇ ਆਈਏ। ਸ਼ਹਿਰ ਬਹੁਤ ਸੁਹਾਵਣਾ ਹੈ, ਬੜਾ ਸੁੰਦਰ ਹੈ ਤੇ ਮੇਰਾ ਮਨ ਕਰਦਾ ਕਿ ਮੈਂ ਸ਼ਹਿਰ ਦੇ ਵਿੱਚ ਕੁਛ ਦੇਖ ਕੇ ਆਵਾਂ ਤੇ ਮੈਨੂੰ ਪੈਸੇ ਦੇ ਦਿਓ, ਕੁਛ ਖਾਣ ਵਾਸਤੇ, ਤੁਹਾਡੇ ਵਾਸਤੇ ਵੀ ਲੈ ਕੇ ਆਵਾਂਗਾ। ਤੇ ਗੁਰੂ ਨਾਨਕ ਦੇਵ ਜੀ ਨੇ ਉੱਥੋਂ ਇੱਕ ਪੱਥਰ ਚੁੱਕਿਆ ਕਿ ਉਹ ਬਹੁਤ ਕੀਮਤੀ, ਬਹੁ ਮੁੱਲਾ ਹੀਰਾ ਸੀ। ਮਰਦਾਨਾ ਉਸ ਨੂੰ ਪੱਥਰ ਸਮਝਦਾ ਸੀ ਕਿਉਂਕਿ ਉਸ ਨੂੰ ਉਸ ਬਾਰੇ ਗਿਆਨ ਨਹੀਂ ਸੀ। ਹੁਣ ਗੁਰੂ ਦਾ ਹੁਕਮ ਮੰਨਿਆ ਤੇ ਗੁਰੂ ਨਾਨਕ ਦੇਵ ਜੀ ਨੇ ਕਿਹਾ, ਜਾ ਮਰਦਾਨਿਆ, ਇਸ ਨੂੰ ਵੇਚ ਕੇ ਕੁਛ ਲੈ ਆਵੀਂ। ਹੁਣ 7 ਬਚਨ ਕਹਿ ਕੇ ਮਰਦਾਨਾ ਜੀ ਉੱਥੋਂ ਤੁਰੇ ਹਨ, ਸ਼ਹਿਰ ਵੱਲ ਚੱਲੇ ਹਨ ਤੇ ਜਿਸ ਦੇ ਕੋਲ ਜਾਂਦੇ ਹਨ ਕਿ ਭਾਈ ਸਾਹਿਬ, ਸਾਨੂੰ ਕੁਝ ਖਾਣ ਨੂੰ ਦੇ ਦਿਓ ਤੇ ਆਹ ਚੀਜ਼ ਤੁਸੀਂ ਰੱਖ ਲਵੋ। ਹੁਣ ਜਿਸ ਦੁਕਾਨਦਾਰ ਨੂੰ ਇਹ ਚੀਜ਼ ਵਿਖਾਉਂਦੇ ਹਨ
ਤੇ ਸਭ ਮਰਦਾਨਾ ਜੀ ਦਾ ਮਜ਼ਾਕ ਉਡਾਉਂਦੇ ਹਨ ਕਿ ਇੱਕ ਪੱਥਰ ਚੱਕੀ ਫਿਰਦਾ ਹੈ, ਇਹਦੀ ਤਾਂ ਕੋਈ ਕੀਮਤ ਨਹੀਂ, ਤੈਨੂੰ ਅਸੀਂ ਕੁਝ ਨਹੀਂ ਦੇ ਸਕਦੇ। ਹੁਣ ਕਾਫੀ ਸਮਾਂ ਲੰਘ ਗਿਆ, ਭੁੱਖਾ ਹੈ। ਅਖੀਰ ਗੁਰੂ ਨਾਨਕ ਦੇਵ ਜੀ ਦੇ ਕੋਲ ਵਾਪਸ ਪਹੁੰਚੇ ਹੈ ਤੇ ਕਹਿਣ ਲੱਗੇ, ਗੁਰੂ ਜੀ ਮੈਂ ਤਾਂ ਇੰਨਾ ਰਸਤਾ ਲੰਬਾ ਕਰਕੇ ਸ਼ਹਿਰ ਪਹੁੰਚਿਆ ਸੀ ਕੁਛ ਖਾਣ ਲਈ, ਪਰ ਕੁਛ ਮਿਲਿਆ ਨਹੀਂ, ਇਸ ਦਾ ਕੋਈ ਮੁੱਲ ਨਹੀਂ ਹੈ। ਇਹ ਤਾਂ ਇੱਕ ਪੱਥਰ ਦੱਸਦੇ ਹਨ, ਇਸ ਦੀ ਕੋਈ ਕੀਮਤ ਨਹੀਂ, ਤੇ ਮੈਂ ਤਾਂ ਭੁੱਖਾ ਬਹੁਤ ਹਾਂ ਤੇ ਵਾਪਸ ਤੁਹਾਡੇ ਕੋਲੇ ਆਇਆ। ਤੇ ਗੁਰੂ ਨਾਨਕ ਦੇਵ ਜੀ ਨੇ ਫਿਰ ਕਿਹਾ, ਜਾ ਮਰਦਾਨਿਆ, ਹੁਣ ਫੇਰ ਜਾ, ਕੋਈ ਨਾ ਕੋਈ ਮਿਲ ਜਾਵੇਗਾ ਤੇ ਉਸ ਤੋਂ ਕੁਛ ਲੈ ਲਵੀਂ। ਫੇਰ ਵਾਪਸ ਮਰਦਾਨਾ ਜੀ ਗਏ ਹੈ ਸ਼ਹਿਰ ਦੇ ਵੱਲ। ਮਨ ਦੇ ਵਿੱਚ ਚਾਅ ਵੀ ਹੈ ਕਿ ਬੜਾ ਸੁੰਦਰ ਸ਼ਹਿਰ ਹੈ, ਦੇਖਣ ਯੋਗ ਹੈ, ਇਹੋ ਜਿਹਾ ਸ਼ਹਿਰ ਮੈਂ ਦੇਖਿਆ ਨਹੀਂ ਸੀ। ਤੇ ਦੂਸਰੇ ਪਾਸੇ ਹੁਣ ਭੁੱਖ ਵੀ ਲੱਗੀ ਹੈ ਤੇ ਖਾਣ ਨੂੰ ਕੁਝ ਨਹੀਂ ਹੈ, ਤੇ ਪਰ ਚਾਅ ਦੇ ਵਿੱਚ ਇਹ ਤੁਰਿਆ ਫਿਰਦਾ ਹੈ ਤੇ ਜਿਸ ਦੇ ਵੀ ਕੋਲ ਜਾਂਦਾ ਹੈ ਉਹ ਮਰਦਾਨੇ ਨੂੰ ਜਵਾਬ ਦੇ ਦਿੰਦੇ ਹੈ। ਫਿਰ ਵਾਪਸ ਆਇਆ ਗੁਰੂ ਜੀ ਦੇ ਕੋਲ ਤੇ ਗੁਰੂ ਨਾਨਕ ਦੇਵ ਜੀ ਨੂੰ ਕਹਿਣ ਲੱਗਿਆ ਕਿ ਗੁਰੂ ਜੀ ਮੈਂ 2 ਵਾਰ ਸ਼ਹਿਰ ਦੇ ਵਿੱਚ ਘੁੰਮ ਆਇਆ, ਪਰ ਕਿਸੇ ਨੇ ਕੋਈ ਕੁਝ ਦਿੱਤਾ ਨਹੀਂ, ਤੇ ਹੁਣ ਕਿਰਪਾ ਕਰੋ, ਬਹੁਤ ਜ਼ਿਆਦਾ ਭੁੱਖ ਲੱਗੀ ਹੈ। ਹੁਣ ਫੇਰ ਤੀਸਰੀ ਵਾਰ ਗੁਰੂ ਨਾਨਕ ਦੇਵ ਜੀ ਨੇ ਕਿਹਾ, ਜਾ ਮਰਦਾਨਿਆ ਫੇਰ ਵਾਪਸ ਜਾ, ਕੋਈ ਸੱਜਣ ਮਿਲੂਗਾ ਤੇ ਤੇਰੀ ਭੁੱਖ ਦੀ ਨਿਵਰਤੀ ਹੋ ਜਾਵੇਗੀ। ਉਸ ਸਮੇਂ ਦੇ ਉਹ ਸਿੱਖ ਸਨ ਜਿਨ੍ਹਾਂ ਨੇ ਗੁਰੂ ਦੇ ਬਚਨ ਮੰਨੇ। ਅੱਜ ਅਸੀਂ ਆਪਣੇ ਆਪ ਨੂੰ ਸਿੱਖ ਖਵਾਉਣੇ ਆ, ਪਰ ਗੁਰੂ ਦੀ ਮੰਨਦੇ ਨਹੀਂ। ਹੁਣ ਭੁੱਖਣ ਭਾਣੇ 2 ਗੇੜੇ ਪਹਿਲਾਂ ਲਾ ਚੁੱਕਿਆ, ਤੀਸਰੀ ਵਾਰ ਹੁਣ ਫੇਰ ਗੁਰੂ ਨਾਨਕ ਦੇਵ ਜੀ ਨੇ ਭੇਜਿਆ। ਹੁਣ ਜਦੋਂ ਗੁਰੂ ਨਾਨਕ ਦੇਵ ਜੀ ਨੇ ਫੇਰ ਭੇਜ ਦਿੱਤਾ, ਥੱਕਿਆ ਹੋਇਆ ਭੁੱਖਾ ਭਾਣਾ ਫੇਰ ਸ਼ਹਿਰ ਵੱਲ ਚੱਲਿਆ, ਤੇ ਮਨ ਦੇ ਵਿੱਚ ਚਾਅ ਵੀ ਕੁਝ ਖਾਣ ਨੂੰ ਮਿਲੇ ਨਾ ਮਿਲੇ, ਪਰ ਸ਼ਹਿਰ ਤਾਂ ਦੇਖਾਂਗੇ। ਜਦੋਂ ਦੁਬਾਰਾ ਫੇਰ ਤੀਸਰੀ ਵਾਰ ਗਏ ਹੈ ਤੇ ਇਹਨਾਂ ਦਾ ਮੇਲ ਇੱਕ ਜਹੌਰੀ ਦੇ ਨਾਲ ਹੋਇਆ, ਜਿਸ ਦਾ ਨਾਮ ਸੀ ਸਾਲਸਰਾਏ। ਤੇ ਉਸ ਸਮੇਂ ਦੇ ਵਿੱਚ ਇਹ ਸਿਰੇ ਦਾ ਜਹੌਰੀ ਸੀ, ਜਿਨ੍ਹਾਂ ਨੂੰ ਹੀਰੇ ਦੀ ਪਰਖ ਸੀ। ਹੁਣ ਸਾਲਸਰਾਏ ਜਹੌਰੀ ਦੇ ਕੋਲ ਗਏ ਹੈ ਤੇ ਉਸ ਨੇ ਜਦੋਂ ਹੀਰਾ ਦੇਖਿਆ ਤੇ ਮਰਦਾਨੇ ਨੇ ਕਿਹਾ ਕਿ ਇਹ ਤੁਸੀਂ ਚੀਜ਼ ਰੱਖ ਲਵੋ ਤੇ ਮੈਨੂੰ ਖਾਣ ਪੀਣ ਵਾਸਤੇ ਕੁਝ ਸਮਾਨ ਦੇ ਦਿਓ। ਹੁਣ ਸਾਲਸਰਾਏ ਨੇ ਉਸ ਹੀਰੇ ਨੂੰ ਦੇਖ ਕੇ ਮੱਥਾ ਟੇਕਿਆ ਤੇ ਆਪਣੇ ਧਨ ਭਾਗ ਸਮਝੇ ਹਨ, ਤੇ ਮਰਦਾਨੇ ਨੂੰ ਪੁੱਛਿਆ ਕਿ ਭਾਈ ਸਾਹਿਬ ਤੁਸੀਂ ਕਿੱਥੋਂ ਆਏ ਹੋ ਤੇ ਇਹ ਹੀਰਾ ਕਿਸ ਦਾ ਹੈ?
ਤੁਹਾਨੂੰ ਇਸ ਦੀ ਪਛਾਣ ਨਹੀਂ ਹੈ ਤੇ ਪਰ ਮੈਂ ਇਸ ਦੀ ਕੀਮਤ ਨਹੀਂ ਦੇ ਸਕਦਾ, ਇਹ ਬਹੁ ਮੁੱਲਾ ਹੈ। ਤੇ ਉਸ ਸਮੇਂ ਸਾਲਸ ਰਾਏ ਨੇ 101 ਰੁਪਇਆ ਉਹਨਾਂ ਸਮਿਆਂ ਦਾ ਭਾਈ ਮਰਦਾਨਾ ਜੀ ਨੂੰ ਦੇ ਦਿੱਤਾ ਹੈ ਤੇ ਹੀਰਾ ਵੀ ਵਾਪਸ ਕਰ ਦਿੱਤਾ ਹੈ। ਤੇ ਭਾਈ ਮਰਦਾਨੇ ਜੀ ਨੇ ਕਿਹਾ ਕਿ ਭਾਈ ਸਾਹਿਬ ਆ ਤੁਸੀਂ ਆਪਣੀ ਚੀਜ਼ ਹੁਣ ਸਾਂਭ ਲਵੋ, ਮੈਨੂੰ ਇਹ ਇਕੱਲੇ ਰੁਪਏ ਦੇ ਦੇਵੋ। ਤੇ ਉਹ ਕਹਿਣ ਲੱਗੇ ਹੈ ਕਿ ਇਹ ਜੋ ਹੀਰਾ ਬਹੁ ਮੁੱਲਾ ਹੈ, ਬਹੁਤ ਕੀਮਤ ਹੈ। ਤੇ ਸਾਡੇ ਦੇ ਵਿੱਚ ਇੱਕ ਅਸੂਲ ਹਨ ਕਿ ਜੋ ਇਹੋ ਜਿਹੀ ਬੇਸ਼ੁਮਾਰ ਬੇਕੀਮਤੀ ਚੀਜ਼ ਆਉਂਦੀ ਹੈ ਤਾਂ ਉਸ ਦੀ ਇਹ ਦਰਸ਼ਨੀ ਭੇਟਾ ਹੁੰਦੀ ਹੈ। ਇਹ 101 ਰੁਪਇਆ ਜੋ ਤੁਹਾਨੂੰ ਦਿੱਤਾ ਹੈ, ਇਹ ਇਸ ਦੀ ਦਰਸ਼ਨੀ ਭੇਟ ਹੈ ਤੇ ਇਸ ਨੂੰ ਤੁਸੀਂ ਲੈ ਜਾਓ। ਹੁਣ ਮਰਦਾਨਾ ਬੜਾ ਖੁਸ਼ ਹੋਇਆ ਕਿ ਇੰਨੀ ਮਹਿੰਗੀ ਇੰਨੀ ਕੀਮਤ ਵਾਲੀ ਚੀਜ਼ ਸਤਿਗੁਰੂ ਨੇ ਮੈਨੂੰ ਦਿੱਤੀ ਹੈ ਤੇ ਮੈਂ ਤਾਂ ਐਵੇਂ ਪਛਤਾਉਂਦਾ ਰਿਹਾ ਕਿ ਗੁਰੂ ਜੀ ਤਾਂ ਮੈਨੂੰ ਭੁੱਖੇ ਮਾਰ ਦੇਣਗੇ, ਪਿੱਛੇ ਬਾਲ ਬੱਚੇ ਕੀ ਕਰਨਗੇ। ਇਹ ਸੋਚਦਾ ਹੋਇਆ ਛਾਲਾਂ ਮਾਰਦਾ ਵਾਪਸ ਤੁਰਿਆ ਆਉਂਦਾ ਹੈ। ਭੁੱਖ ਮਿਟ ਗਈ ਹੈ ਤੇ ਮਨ ਦੇ ਵਿੱਚ ਸੋਚਦਾ ਹੈ ਕਿ ਗੁਰੂ ਸਾਹਿਬ ਜੀ ਨੇ ਇੱਕ ਵਾਰੀ 'ਚ ਹੀ ਮੇਰੀਆਂ ਤਾਂ ਪੀੜ੍ਹੀਆਂ ਦਾ ਸਾਰਾ ਕੁਝ ਸਵਾਰ ਦਿੱਤਾ, ਮੈਂ ਤਾਂ ਐਵੇਂ ਹੀ ਪਛਤਾਉਂਦਾ ਰਿਹਾ। ਹੁਣ ਕੀ ਕਰਿਆ ਕਰਾਂਗੇ ਕਿ ਆਪਾਂ ਨੂੰ ਤਾਂ ਮੌਜਾਂ ਲੱਗ ਗਈਆਂ ਤੇ ਦਰਸ਼ਨ ਕਰਾਇਆ ਕਰਾਂਗੇ ਕਿਸੇ ਨੂੰ ਤੇ 101 ਰੁਪਇਆ ਮਿਲ ਜਾ ਕਰੇਗਾ ਤੇ ਆਪਾਂ ਦਿਨਾਂ ਦੇ ਵਿੱਚ ਅਮੀਰ ਹੋ ਜਾਵਾਂਗੇ। ਹੁਣ ਇੱਧਰੋਂ ਗੁਰੂ ਨਾਨਕ ਦੇਵ ਜੀ ਨੇ ਦੇਖਿਆ ਕਿ ਮਰਦਾਨਾ ਬੜਾ ਖੁਸ਼ ਹੈ, ਬੜਾ ਛਾਲਾਂ ਮਾਰਦਾ ਹੁੰਦਾ ਹੈ, ਇਹਨੂੰ ਤਾਂ ਬੜੀ ਭੁੱਖ ਲੱਗੀ ਸੀ, ਕੀ ਕਾਰਨ ਆ, ਬੜਾ ਖੁਸ਼ ਹੈ, ਬੜਾ ਭੱਜਿਆ ਆਉਂਦਾ ਹੈ। ਹੁਣ ਗੁਰੂ ਨਾਨਕ ਦੇਵ ਜੀ ਨੇ ਪੁੱਛਿਆ ਕੀ ਗੱਲ ਮਰਦਾਨਿਆ, ਬੜਾ ਖੁਸ਼ ਲੱਗਦਾ ਹੈ ਤੇ ਤੂੰ ਖਾਲੀ ਤੁਰਿਆ ਹੋਣਾ, ਕੀ ਕਾਰਨ ਹੈ। ਕਹਿਣ ਲੱਗਿਆ ਗੁਰੂ ਜੀ ਮੈਂ ਤਾਂ ਐਵੇਂ ਭੁਲੇਖੇ ਦੇ ਵਿੱਚ ਸੀ, ਇੰਨਾ ਚਿਰ ਹੋ ਗਿਆ ਗੁਰੂ ਜੀ ਦੇ ਨਾਲ ਕੁਛ ਦਿੰਦੇ ਨਹੀਂ, ਅੱਜ ਤੁਸੀਂ ਸਭ ਕੁਝ ਹੀ ਦੇ ਦਿੱਤਾ, ਮੇਰੀਆਂ ਤਾਂ ਕੁੱਲਾਂ ਤਰ ਜਾਣਗੀਆਂ। ਕਹਿੰਦੇ ਕੀ ਕਾਰਨ, ਤੇ ਗੁਰੂ ਜੀ ਨੂੰ ਦੱਸਣ ਲੱਗਿਆ ਕਿ ਉਸ ਜਹੋਰੀ ਨੇ ਇਸ ਵੱਟੇ ਮੈਨੂੰ 101 ਰੁਪਇਆ ਦਿੱਤਾ ਤੇ ਉਹ ਕਹਿਣ ਲੱਗਿਆ ਕਿ ਇਹ ਦਰਸ਼ਨੀ ਭੇਟ ਹੈ, ਮੈਂ ਇਸ ਦੀ ਕੀਮਤ ਨਹੀਂ ਦੇ ਸਕਦਾ, ਇਹ ਬਹੁ ਮੁੱਲੀ ਹੈ। ਤੇ ਆਹ ਜੋ 101 ਰੁਪਇਆ ਉਸਨੇ ਦਰਸ਼ਨੀ ਭੇਟਾ ਦਿੱਤੀ ਹੈ ਤੇ ਗੁਰੂ ਜੀ ਕਹਿੰਦੇ ਉਹਨੇ ਰੱਖਿਆ ਨਹੀਂ। ਕਹਿਣ ਲੱਗੇ ਵੀ ਨਹੀਂ ਗੁਰੂ ਜੀ, ਉਹਨਾਂ ਨੇ ਬਸ ਇਹ ਦਰਸ਼ਨੀ ਭੇਟਾ ਦਿੱਤੀ ਹੈ ਤੇ ਇਹ ਚੀਜ਼ ਵੀ ਉਹਨਾਂ ਨੇ ਮੋੜ ਦਿੱਤੀ ਹੈ। ਤੇ ਗੁਰੂ ਨਾਨਕ ਦੇਵ ਜੀ ਨੇ ਉਸੇ ਸਮੇਂ ਕਿਹਾ ਮਰਦਾਨਿਆ ਜਾ ਉਸ ਨੂੰ ਵਾਪਸ ਕਰਕੇ ਆ, ਜਾਂ ਤਾਂ ਉਹ ਇਸ ਦੀ ਕੀਮਤ ਦੇਵੇ ਜਾਂ ਇਹ ਪੈਸੇ ਆਪਣੇ ਵਾਪਸ ਰੱਖ ਲਵੇ। ਹੁਣ ਇਹ ਜਦੋਂ ਬਚਨ ਗੁਰੂ ਜੀ ਦੇ ਸੁਣਿਆ ਤੇ ਆਸਾਂ ਮੁਰਾਦਾਂ ਤੇ ਪਾਣੀ ਫਿਰ ਗਿਆ ਤੇ ਪਰ ਹੁਣ ਗੁਰੂ ਜੀ ਦੇ ਬਚਨ ਸਨ ਤੇ 7 ਬਚਨ ਕਹਿ ਕੇ ਵਾਪਸ ਤੁਰ ਪਿਆ।
ਪਰ ਅੱਜ ਦੇ ਸਾਡੇ ਵਰਗਿਆਂ ਨੂੰ ਕਿਹਾ ਹੁੰਦਾ ਤਾਂ ਪਹਿਲਾਂ ਤਾਂ ਉਹ ਪੈਸੇ ਵਾਪਸ ਨਹੀਂ ਕਰਨੇ ਸੀ। ਜੇ ਘਰ ਵੀ ਆਉਂਦੇ ਤਾਂ ਅੱਧ ਪਚੱਧ ਕੁਛ ਨਾ ਕੁਛ ਵਿੱਚੋਂ ਰੱਖ ਲੈਂਦੇ, ਵੀ ਗੁਰੂ ਸਾਹਿਬ ਨੂੰ ਕਿਹੜਾ ਪਤਾ ਲੱਗਦਾ। ਪਰ ਉਹ ਸੱਚੇ ਸਿੱਖ ਸਨ, ਈਮਾਨ ਵਾਲੇ ਸਨ, ਧਰਮ ਵਾਲੇ ਸਨ, ਧਰਮੀ ਸਿੱਖ ਸਨ, ਜਿਨ੍ਹਾਂ ਨੂੰ ਆਪਣੇ ਗੁਰੂ ਤੇ ਭਰੋਸਾ ਸੀ, ਦ੍ਰਿੜ ਵਿਸ਼ਵਾਸ ਸੀ, ਜੋ ਕਿਸੇ ਤੋਂ ਖਰੀਦਿਆ ਨਹੀਂ ਗਿਆ। ਉਹਨਾਂ ਦਾ ਇੰਨਾ ਵਿਸ਼ਵਾਸ, ਇੰਨਾ ਗੁਰੂ ਦੇ ਨਾਲ ਪ੍ਰੇਮ ਹੁਣ ਤੀਸਰੀ ਵਾਰ ਫੇਰ ਵਾਪਸ ਹੋਇਆ ਤੇ ਜਾ ਕੇ ਸਾਲਸਰਾਏ ਜੌਹਰੀ ਨੂੰ ਕਿਹਾ ਕਿ ਭਾਈ ਸਾਹਿਬ, ਮੇਰੇ ਗੁਰੂ ਦੇ ਬਚਨ ਹੈ, ਜਾਂ ਤਾਂ ਤੂੰ ਇਸ ਨੂੰ ਮੁੱਲ ਖਰੀਦ ਲੈ ਤੇ ਜਾਂ ਫਿਰ ਆਪਣੇ ਵਾਪਸ ਇਹ ਪੈਸੇ ਰੱਖ ਲੈ। ਜਦੋਂ ਸਾਲਸਰਾਏ ਜੌਹਰੀ ਨੇ ਦੇਖਿਆ ਕਿ ਹੀਰਾ ਵੀ ਲੈ ਕੇ ਆਇਆ ਤੇ ਪੈਸੇ ਵੀ ਵਾਪਸ ਲੈ ਕੇ ਆਇਆ ਤੇ ਪੁੱਛਿਆ ਕਿ ਕੌਣ ਹੈ ਤੂੰ, ਕਿਸ ਫਕੀਰ ਦਾ ਤੂੰ ਚੇਲਾ ਹੈ, ਤਾਂ ਭਾਈ ਮਰਦਾਨੇ ਨੇ ਕਿਹਾ ਕਿ ਕਲਯੁਗ ਦੇ ਅਵਤਾਰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਹਨ, ਜੋ ਇਸ ਨਗਰ ਤੋਂ ਅਸੀਂ ਬਾਹਰ ਬੈਠੇ ਹਾਂ ਤੇ ਉਹਨਾਂ ਦਾ ਹੁਕਮ ਹੈ, ਮੈਂ ਆਪਣੇ ਗੁਰੂ ਦੀ ਹੁਕਮੋਂ-ਦੋਲੀ ਨਹੀਂ ਕਰ ਸਕਦਾ। ਤੇ ਸਾਲਸਰਾਏ ਜੌਹਰੀ ਬੜਾ ਹੈਰਾਨ ਹੋਇਆ ਕਿ ਜਿਸ ਦਾ ਇੱਕ ਸੇਵਕ ਇੰਨਾ ਪਰਪਾਕਾ ਹੈ ਤੇ ਇਹਨਾਂ ਦਾ ਗੁਰੂ ਕਿਹੋ ਜਿਹਾ ਹੋਵੇਗਾ। ਤੇ ਹੱਥ ਜੋੜਿਆ ਮਰਦਾਨੇ ਜੀ ਦੇ ਅੱਗੇ ਕਿ ਭਾਈ ਸਾਹਿਬ, ਤੁਸੀਂ ਮੈਨੂੰ ਆਪਣੇ ਗੁਰੂ ਦੇ ਦਰਸ਼ਨ ਕਰਾਓ। ਇਹ ਪਹਿਲੀ ਵਾਰ ਮੇਰੇ ਨਾਲ ਇਹੋ ਜਿਹਾ ਹੋਇਆ ਕਿ ਜੋ ਪੈਸੇ ਵਾਪਸ ਕਰਨ ਆਏ ਹੈ। ਹੁਣ ਸਾਲਸਰਾਏ ਨੂੰ ਬੜੀ ਖੁਸ਼ੀ ਹੋਈ ਹੈ ਕਿ ਸਾਡੇ ਨਗਰ ਦੇ ਵਿੱਚ ਕੋਈ ਫਕੀਰ ਆਇਆ ਹੈ, ਕੋਈ ਸਾਧੂ ਸੰਤ ਆਏ ਹਨ ਤੇ ਅਸੀਂ ਉਸ ਦੇ ਦਰਸ਼ਨ ਕਰੀਏ। ਹੁਣ ਮਨ ਦੇ ਵਿੱਚ ਵਿਸ਼ਵਾਸ ਹੋਇਆ ਕੋਈ ਬਹੁਤ ਮਹਾਨ ਸ਼ਖਸੀਅਤ ਹੈ, ਕੋਈ ਮਹਾਨ ਸਾਧੂ ਸੰਤ ਹਨ, ਤੇ ਨਹੀਂ ਤਾਂ ਇੰਨੇ ਪੈਸੇ ਕਿਸੇ ਨੇ ਵਾਪਸ ਨਹੀਂ ਸੀ ਕਰਨੇ। ਮਨ ਦੇ ਵਿਸ਼ਵਾਸ ਵੱਜ ਗਿਆ ਤੇ ਉਸ ਸਮੇਂ ਆਪਣੇ ਗੋਲੇ ਨੂੰ ਲਿਆ, ਆਪਣੇ ਨੌਕਰ ਨੂੰ ਨਾਲ ਲਿਆ ਤੇ ਉਸਦੇ ਸਿਰ ਤੇ ਖਾਣ ਪੀਣ ਵਾਲੀਆਂ ਵਸਤਾਂ ਤੇ ਫਲ ਉਸਨੇ ਆਪਣੇ ਨੌਕਰ ਨੂੰ ਸਿਰ ਤੇ ਚੁਕਾ ਦਿੱਤੇ ਹੈ ਤੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਵਾਸਤੇ ਪਹੁੰਚੇ ਹੈ। ਹੁਣ ਗੁਰੂ ਜੀ ਨੂੰ ਜਾ ਕੇ ਨਮਸਕਾਰ ਕੀਤੀ ਹੈ ਤੇ ਉਸ ਸਮੇਂ ਗੁਰੂ ਜੀ ਦੇ ਨਾਲ ਬਚਨ ਵਿਲਾਸ ਹੋਏ ਹੈ ਤੇ ਕਹਿਣ ਲੱਗਿਆ ਕਿ ਗੁਰੂ ਜੀ, ਜੋ ਆਪ ਜੀ ਦਾ ਸੇਵਕ ਹੈ, ਇਸ ਹੀਰੇ ਨੂੰ ਇਹ ਪਛਾਣ ਨਹੀਂ ਸਕਿਆ। ਇਹ ਚੁੱਕੀ ਜ਼ਰੂਰ ਫਿਰਿਆ ਪਰ ਇਸ ਦੀ ਕੀਮਤ ਬਾਰੇ ਇਹਨੂੰ ਕੁਝ ਪਤਾ ਨਹੀਂ। ਤੇ ਉਸ ਸਮੇਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਇਹ ਸਾਲਸਰਾਏ, ਤੂੰ ਬੇਸ਼ੱਕ ਜੌਹਰੀ ਹੈ ਪਰ ਅਸਲੀ ਹੀਰੇ ਦੀ ਪਛਾਣ ਵੀ ਤੈਨੂੰ ਨਹੀਂ। ਤੇ ਉਸ ਸਮੇਂ ਪੁੱਛਣ ਲੱਗਿਆ ਕਿ ਗੁਰੂ ਜੀ,
ਵੀ ਕਿਸ ਕਾਰਨ ਮੈਨੂੰ ਕੋਈ ਪਛਾਣ ਨਹੀਂ ਅਸਲੀ ਹੀਰੇ ਦੀ। ਤੇ ਗੁਰੂ ਨਾਨਕ ਦੇਵ ਜੀ ਨੇ ਕਿਹਾ, ਜੋ ਸਵਾਸਾਂ ਰੂਪੀ ਇਹ ਹੀਰੇ ਹਨ, ਇਹਨਾਂ ਦੀ ਕੋਈ ਕੀਮਤ ਨਹੀਂ, ਤੂੰ ਐਵੇਂ ਗਵਾ ਰਿਹਾ ਹੈ। ਤੇ ਉਸ ਸਮੇਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਕਿ ਇੱਕ ਪਾਸੇ ਤੂੰ ਇਹਨਾਂ ਹੀਰਿਆਂ ਦੀ ਕੀਮਤ ਲਾ ਦੇ, ਜਿਸ ਸਮੇਂ ਤੇਰੇ ਸਵਾਸ ਖਤਮ ਹੋ ਜਾਣਗੇ ਤੇ ਇਹਨਾਂ ਦੀ ਕੀਮਤ ਇੱਕ ਪਾਸੇ ਲਾ ਦੇਵੀਂ, ਤੇ ਤੂੰ ਉਹ ਸਵਾਸ ਲੈ ਕੇ ਸਾਨੂੰ ਦੱਸ ਦੇਵੀਂ। ਤੇ ਉਸ ਸਮੇਂ ਸਾਲਸਰਾਏ ਕਹਿੰਦਾ ਕਿ ਗੁਰੂ ਜੀ ਇਹ ਨਹੀਂ ਹੋ ਸਕਦਾ, ਜਦੋਂ ਸਵਾਸ ਖਤਮ ਹੋ ਗਏ ਤੇ ਕਿੰਨੀ ਵੀ ਕੀਮਤ ਆਪਾਂ ਦੇ ਦਈਏ ਤੇ ਸਵਾਸ ਵਾਪਸ ਨਹੀਂ ਆਉਂਦੇ। ਤੇ ਗੁਰੂ ਜੀ ਨੇ ਕਿਹਾ, ਬਸ ਇਸੇ ਕਰਕੇ ਹੀ ਤੁਹਾਨੂੰ ਕਿਹਾ ਹੈ ਕਿ ਇਹਨਾਂ ਦੀ ਪਛਾਣ ਕਰ, ਜਿਨ੍ਹਾਂ ਦੀ ਕੋਈ ਕੀਮਤ ਨਹੀਂ। ਹਮ ਆਦਮੀ ਹਾਂ ਇੱਕ ਦਮੀ, ਮੋਹਲਤ ਮੋਹਤ ਨਾ ਜਾਣਾ। ਜੇ ਸਵਾਸ ਆ ਗਿਆ ਤਾਂ ਅਸੀਂ ਆਦਮੀ ਆ, ਸਵਾਸ ਰੁਕ ਗਿਆ ਤਾਂ ਅਸੀਂ ਸਵਾਹ ਦੀ ਢੇਰੀਆਂ। ਇਹ ਅਸਲੀ ਹੀਰੇ ਹਨ। ਤੇ ਉਸ ਸਮੇਂ ਫਿਰ ਪੈਰੀਂ ਢਹਿ ਪਿਆ। ਸਾਲਸਰਾਏ ਜੌਹਰੀ ਕਹਿਣ ਲੱਗਿਆ ਕਿ ਗੁਰੂ ਜੀ ਕੋਈ ਬਚਨ ਦੱਸੋ, ਜਿਸ ਦੇ ਨਾਲ ਮੈਂ ਆਪ ਸਿੱਖੀ ਕਮਾ ਲਵਾਂ। ਤੇ ਬੜੇ ਦੂਰਦਰਸ਼ੀ ਸੋਚ ਦੇ ਗੁਰੂ ਨਾਨਕ ਦੇਵ ਜੀ ਮਾਲਕ ਸਨ। ਤੇ ਅੱਜ ਦੇ ਸਮੇਂ ਦੇ ਵਿੱਚ ਕੋਈ ਸਮਝਾਉਣ ਵਾਲਾ ਨਹੀਂ, ਜਿਵੇਂ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਸਮਝਾਇਆ। ਬੜੇ ਪਿਆਰ ਦੇ ਨਾਲ ਕਿਹਾ ਕਿ ਸਾਲਸਰਾਏ, ਜੇ ਤੂੰ ਸਿੱਖ ਬਣਨਾ ਹੈ ਤੇ ਮਨ ਨੂੰ ਨੀਵਾਂ ਕਰਨਾ ਪੈਣਾ। ਜਿਸ ਆਪਣੇ ਗੁਲਾਮ ਨੂੰ, ਇਸ ਗੋਲੇ ਨੂੰ ਸਿਰ ਤੇ ਤੂੰ ਫਲਾਂ ਦੀ ਟੋਕਰੀ ਚੁਕਾ ਕੇ ਲਿਆਇਆ, ਖਾਣ ਪੀਣ ਦੀਆਂ ਵਸਤਾਂ ਲੈ ਕੇ ਆਇਆ, ਜੇ ਤੂੰ ਆਪਣੇ ਹੰਕਾਰ ਨੂੰ ਦੂਰ ਕਰਨਾ ਹੈ ਤੇ ਇਸ ਦੇ ਚਰਨਾਂ ਦੇ ਵਿੱਚ ਮੱਥਾ ਟੇਕ ਦੇ। ਬਹੁਤ ਵੱਡੀ ਗੱਲ ਸੀ। ਕਿਸੇ ਨੌਕਰ ਦੇ ਪੈਰੀਂ ਹੱਥ ਲਾਉਣੇ ਜਾਂ ਉਹਦੇ ਨੌਕਰ ਦੇ ਪੈਰਾਂ ਦੇ ਵਿੱਚ ਸੀਸ ਝੁਕਾਉਣਾ ਬਹੁਤ ਵੱਡੀ ਗੱਲ ਸੀ। ਐਡਾ ਵੱਡਾ ਅਹੁਦਾ ਸੀ, ਦੁਨੀਆ ਉਹਨੂੰ ਮੰਨਦੀ ਸੀ, ਸਾਲਸਰਾਏ ਜੌਹਰੀ ਨੂੰ। ਤੇ ਉਸ ਗੋਲੇ ਦਾ ਨਾਮ ਸੀ ਅਦਰਕ। ਹੁਣ ਜਦੋਂ ਆਖਿਆ ਕਿ ਇਸ ਅਦਰਕਾਂ ਦੇ ਪੈਰਾਂ ਦੇ ਵਿੱਚ ਨਮਸਕਾਰ ਕਰ, ਸੀਸ ਨਵਾ, ਸੀਸ ਨੂੰ ਝੁਕਾ ਦੇ, ਮਨ ਨੂੰ ਨੀਵਾਂ ਕਰ ਲਾ ਜੇ ਤੂੰ ਕੁਛ ਖੱਟਣਾ ਤਾਂ। ਤੇ ਉਸੇ ਸਮੇਂ ਸਾਲਸਰਾਏ ਜੌਹਰੀ ਨੇ ਗੁਰੂ ਜੀ ਦਾ ਹੁਕਮ ਮੰਨਿਆ ਤੇ ਉੱਥੇ ਉਸਨੇ ਪਰਵਾਹ ਨਹੀਂ ਕੀਤੀ ਕਿ ਮੈਂ ਐਡਾ ਵੱਡਾ ਸੌਦਾਗਰ ਹਾਂ, ਇੰਨਾ ਪੈਸਾ, ਸਭ ਕੁਝ ਇੱਕ ਮਿੰਟ ਦੇ ਵਿੱਚ ਖਤਮ ਕਰ ਦਿੱਤਾ ਹੈ। ਆਪਣੇ ਮਨ ਨੂੰ ਨੀਵਾਂ ਕਰਕੇ ਉਸ ਆਪਣੇ ਗੋਲੇ ਦੇ ਚਰਨਾਂ ਦੇ ਵਿੱਚ ਸੀਸ ਰੱਖ ਦਿੱਤਾ। ਗੁਰੂ ਦੇ ਕਹਿਣ ਤੇ ਸਾਰੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸੋ ਉਸ ਸਮੇਂ ਫਿਰ ਗੁਰੂ ਨਾਨਕ ਦੇਵ ਜੀ ਨੂੰ ਆਪਣੇ ਘਰ ਲੈ ਕੇ ਗਏ ਹੈ ਸਾਲਸਰਾਏ ਜੌਹਰੀ। ਬੜਾ ਪ੍ਰੇਮ ਹੋਇਆ, ਬਹੁਤ ਮਨ ਖੁਸ਼ ਹੋਇਆ। ਗੁਰੂ ਜੀ ਦੀ ਹਰ ਪ੍ਰਕਾਰ ਦੀ ਸੇਵਾ ਕਰਦੇ ਹਨ। ਤੇ ਇੱਕ ਸਮਾਂ ਆਇਆ ਤੇ ਗੁਰੂ ਜੀ ਸਾਲਸਰਾਏ ਨੂੰ ਕਹਿਣ ਲੱਗਿਆ ਕਿ ਬਸ ਤੁਸੀਂ ਸਾਨੂੰ ਹੁਣ ਆਗਿਆ ਦੇਵੋ, ਅਸੀਂ ਹੁਣ ਵਾਪਸ ਪੰਜਾਬ ਵੱਲ ਜਾਈਏ।
ਤੇ ਉਸ ਸਮੇਂ ਫੇਰ ਜਿੱਦ ਕਰਕੇ ਕਹਿੰਦੇ ਗੁਰੂ ਜੀ ਅਸੀਂ ਹਜੇ ਜਾਣ ਨਹੀਂ ਦੇਣਾ, ਕੁਝ ਦਿਨ ਹੋਰ ਰੁਕ ਜਾਓ। ਫਿਰ ਉਹਨਾਂ ਨੇ ਕਿਹਾ, ਗੁਰੂ ਨਾਨਕ ਦੇਵ ਜੀ ਕਹਿਣ ਲੱਗਿਆ ਕਿ ਬਹੁਤ ਸਮਾਂ ਹੋ ਗਿਆ, ਸਾਲਸਰਾਏ ਸਾਨੂੰ ਆਗਿਆ ਦੇ। ਫਿਰ ਪਿਆਰ ਦੇ ਵਿੱਚ ਭਿੱਜ ਕੇ ਸਾਲਸਰਾਏ ਨੇ ਕਿਹਾ, ਨਹੀਂ ਗੁਰੂ ਜੀ ਹਜੇ ਨਹੀਂ ਜਾਣ ਦੇਣਾ, ਕੁਝ ਦਿਨ ਹੋਰ ਅਟਕ ਜਾਓ। ਕੁਝ ਦਿਨ ਹੋਰ ਰੁਕਿਆ। ਤੀਸਰੀ ਵਾਰ ਫਿਰ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਸਾਲਸਰਾਏ ਹੁਣ ਬਹੁਤ ਸਮਾਂ ਹੋ ਗਿਆ, ਹੁਣ ਅਸੀਂ ਰੁਕ ਨਹੀਂ ਸਕਦੇ, ਹੁਣ ਕਿਰਪਾ ਕਰ, ਤੇਰੇ ਪਿਆਰ ਦੇ ਵਿੱਚ ਅਸੀਂ ਬੱਝੇ ਹਾਂ, ਹੁਣ ਸਾਨੂੰ ਆਗਿਆ ਦੇ। ਤੇ ਉਸ ਸਮੇਂ ਸਾਲਸਰਾਏ ਨੇ ਕਿਹਾ ਕਿ ਇੱਕ ਬਚਨ ਕਰੋ ਗੁਰੂ ਜੀ ਕਿ ਹੁਣ ਕਦੋਂ ਆਓਗੇ। ਤੇ ਉਸ ਸਮੇਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਸਾਲਸਰਾਏ ਮੈਂ ਤੁਹਾਡੇ ਨਾਲ ਬਚਨ ਨਹੀਂ ਕਰ ਸਕਦਾ। ਤੇ ਸਾਲਸਰਾਏ ਕਹਿਣ ਲੱਗਿਆ ਕਿ ਗੁਰੂ ਜੀ ਤੁਸੀਂ ਬਚਨ ਕਿਉਂ ਨਹੀਂ ਕਰ ਸਕਦੇ। ਤੇ ਗੁਰੂ ਜੀ ਕਹਿੰਦੇ ਕਿ ਅਸੀਂ ਮੁੜ ਕੇ ਵਾਪਸ ਨਹੀਂ ਆਉਣਾ। ਤੇ ਸਾਲਸਰਾਏ ਪਿਆਰ ਦੇ ਵਿੱਚ ਕਹਿੰਦੇ ਆ ਕਿ ਇਹ ਤਾਂ ਉਦੋਂ ਵੀ ਵਧੀਆ ਮੌਜ ਲੱਗ ਗਈ, ਜੇ ਤੁਸੀਂ ਵਾਪਸ ਨਹੀਂ ਆਉਣਾ ਤੇ ਤੁਸੀਂ ਹੁਣ ਜਾਣਾ ਵੀ ਨਹੀਂ, ਇੱਥੇ ਰਹੋ। ਤੇ ਗੁਰੂ ਨਾਨਕ ਦੇਵ ਜੀ ਕਹਿਣ ਲੱਗਿਆ ਕਿ ਨਹੀਂ ਮੈਂ ਰਹਿ ਨਹੀਂ ਸਕਦਾ, ਅਸੀਂ ਬਹੁਤ ਪੈਂਡਾ ਹੋਰ ਕਰਨਾ ਹੈ। ਤੇ ਉੱਥੇ ਚਰਨਾਂ ਵਿੱਚ ਢਹਿ ਪਿਆ ਹੈ ਤੇ ਪਿਆਰ ਦੇ ਅੱਖਾਂ ਦੇ ਵਿੱਚੋਂ ਹੰਝੂ ਆਏ ਹਨ। ਤੇ ਗੁਰੂ ਨਾਨਕ ਦੇਵ ਜੀ ਨੇ ਪਿਆਰ ਦੇਖਿਆ ਤੇ ਕਹਿੰਦੇ ਸਾਲਸਰਾਏ ਮੰਗ ਜੋ ਕੁਝ ਮੰਗਦਾ ਹੈ। ਤੇ ਉਸ ਸਮੇਂ ਸਾਲਸਰਾਏ ਨੇ ਕਿਹਾ ਕਿ ਗੁਰੂ ਜੀ ਤੁਸੀਂ ਮੈਨੂੰ ਆਪਦੇ ਚਰਨਾਂ ਦੇ ਨਾਲ ਜੋੜੀ ਰੱਖੋ ਤੇ ਕਿਰਪਾ ਕਰੋ ਤੁਸੀਂ ਇੱਥੇ ਹੀ ਠਹਿਰ ਜਾਓ। ਤੇ ਉਸ ਸਮੇਂ ਗੁਰੂ ਨਾਨਕ ਦੇਵ ਜੀ ਨੇ ਬਚਨ ਕੀਤਾ ਸੀ ਕਿ ਸਾਲਸਰਾਏ ਹੁਣ ਸਾਨੂੰ ਇੱਕ ਵਾਰ ਕੇਰਾਂ ਜਾਣ ਦੇ ਤੇ 10ਵੇਂ ਜਾਮੇ ਦੇ ਵਿੱਚ ਅਸੀਂ ਆਵਾਂਗੇ, ਸਾਡੇ ਕੋਲ ਅਸੀਂ ਇਸ ਅਸਥਾਨ ਤੇ ਪ੍ਰਗਟ ਹੋਵਾਂਗੇ। ਤੇ ਹੁਣ ਸਾਡੇ ਕੋਲ ਇੰਨਾ ਸਮਾਂ ਨਹੀਂ, ਅਸੀਂ ਅੱਗੇ ਜਾਣਾ ਹੈ ਤੇ 10ਵੇਂ ਜਾਮੇ 'ਚ ਅਸੀਂ ਤੇਰੇ ਘਰ ਪ੍ਰਗਟ ਹੋਵਾਂਗੇ। ਜੋ ਇਹ ਗੱਲ ਆਖੀ ਤੇ ਚਰਨਾਂ ਦੇ ਵਿੱਚ ਫੇਰ ਨਮਸਕਾਰ ਕੀਤੀ ਕਿ ਬੜੇ ਵੱਡੇ ਭਾਗ ਹਨ ਸਾਡੇ। ਤੇ ਉਸ ਸਮੇਂ ਜੋ ਗੁਰੂ ਨਾਨਕ ਦੇਵ ਜੀ ਨੇ ਬਚਨ ਕੀਤੇ ਸਨ, ਜੋ ਸਾਲਸਰਾਏ ਦੀ ਹਵੇਲੀ ਸੀ ਉਹ ਤੇ ਉਸ ਘਰੇ ਗੁਰੂ ਨਾਨਕ ਦੇਵ ਜੀ ਨੇ ਉਹ ਬਚਨ ਜੋ ਕੀਤੇ ਸਨ ਤੇ ਸਾਲਸਰਾਏ ਜੌਹਰੀ ਦੇ ਘਰ ਉੱਥੇ 10ਵੇਂ ਪਾਤਸ਼ਾਹ ਜੀ ਪ੍ਰਗਟ ਹੋਏ ਸਨ। ਸਾਰੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੋ ਜੋ ਅੱਜ ਅਕਾਲ ਤਖਤ ਸ੍ਰੀ ਪਟਨਾ ਸਾਹਿਬ ਜੋ ਇਹ ਜਗ੍ਹਾ ਹੈ, ਇਹ ਸਾਲਸਰਾਏ ਜੌਹਰੀ ਦੀ ਸੀ। ਜਦੋਂ ਇਹ ਬਚਨ ਹੋਏ ਸਨ ਤੇ ਬੜਾ ਖੁਸ਼ ਹੋਏ ਸਨ ਸਾਲਸਰਾਏ ਜੌਹਰੀ। ਤੇ ਉਸ ਸਮੇਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਕਿ ਅਸੀਂ ਤੇਰੇ ਤੋਂ ਦੂਰ ਨਹੀਂ ਹੋਵਾਂਗੇ, ਸਦਾ ਤੁਹਾਡੇ ਕੋਲ ਰਹਾਂਗੇ। ਤੇ ਉਹ ਬਚਨ ਕੀਤੇ ਸਨ, ਉਹੀ ਜੋਤ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਪ੍ਰਗਟ ਹੋਈ। ਤੇ ਇਸ ਕਰਕੇ ਕਿਹਾ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਵਿੱਚ ਕੋਈ ਫਰਕ ਨਹੀਂ ਹੈ। ਤਾਂ ਇਸ ਕਰਕੇ ਇਹ ਪਟਨਾ ਸ਼ਹਿਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਅਵਤਾਰ ਧਾਰਨ ਕਰਨਾ ਪਿਆ, ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਸਾਲਸਰਾਏ ਦੇ ਨਾਲ ਬਚਨ ਕੀਤਾ ਸੀ
ਤੇ ਉਹ ਬਚਨ ਆਪਣਾ ਪੂਰਾ ਕੀਤਾ। ਸੋ ਇਸ ਕਰਕੇ 10ਵੇਂ ਪਾਤਸ਼ਾਹ ਨੇ ਪੰਜਾਬ ਤੋਂ ਬਾਹਰ ਪਟਨਾ ਸ਼ਹਿਰ ਦੇ ਵਿੱਚ ਅਵਤਾਰ ਧਾਰਨ ਕੀਤਾ ਸੀ। ਸੋ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਸਮਤ ਬਖਸ਼ੇ। ਅਸੀਂ ਵੀ ਉਹੋ ਜਿਹੇ ਸਿੱਖ ਬਣ ਜਾਈਏ, ਅਸੀਂ ਵੀ ਗੁਰੂ ਦੀ ਸਿੱਖੀ ਨੂੰ ਕਮਾ ਲਈਏ, ਆਪਣੇ ਜੀਵਨ ਦੇ ਵਿੱਚ ਇਹ ਸਭ ਕੁਝ ਧਾਰ ਲਈਏ। ਹੋਈਆਂ ਭੁੱਲਾਂ ਦੀ ਖਿਮਾ, ਆਓ ਸਾਰੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।